रास्ते से जब भटक गए नन्हे सवार थे, तकते पिता को चारों तरफ बार बार थे। विछोड़े दे बाद पहली रात सब दे लई लमेरी हो निबड़ी। जिथे वड्डे साहिबजादे पातशाह दे नाल अगे नूं वध रहे सन, तां दूजे पासे छोटे साहिबजादे दादी मां दे नाल पो दी ठंडी रात विच झाड़ियां सरकंडियां चों निकल के सरसा दी बहाव वाली दिशा वल नूं चल पए। हुण साडी अगली मंजिल ओ पवित्र थां सी जिथे निक्कियां जिंदां दादी मां दे नाल विछोड़े तो बाद पहुंचियां ते ओ सी पिंड ਚੱਕ ਢੇਰਾਂ ਦੇ ਵਿੱਚ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੁੱਗੀ। ਇਸ ਥਾਂ ਪਹੁੰਚਦਿਆਂ ਸਾਨੂੰ ਰਾਤ ਹੋ ਚੁੱਕੀ ਸੀ, ਇਸ ਲਈ ਅਸੀਂ ਸਵੇਰ ਦੀ ਉਡੀਕ ਕਰਨ ਲੱਗੇ। शहीदी पेंडे दियां 6 रातां दी कड़ी दौरान ਅੱਜ ਅਸੀਂ ਉਸ ਪੈਂਡੇ ਤੇ ਪਹੁੰਚੇ ਹਾਂ ਜਿੱਥੇ ਪਰਿਵਾਰ ਵਿਛੋੜਾ ਪੈਣ ਤੋਂ ਬਾਅਦ ਦਾਦੀ ਮਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਪਹੁੰਚੇ ਸਨ। ਇਹਨਾਂ ਪੈਂਡਿਆਂ ਤੇ ਆਉਂਦਿਆਂ ਹੀ ਉਹ ਮਹਿਸੂਸ, ਉਹ ਅਹਿਸਾਸ ਜਿਹੜਾ ਉਹ ਵੀ ਮਨ ਨੂੰ ਜ਼ਰੂਰ ਮਹਿਸੂਸ ਹੁੰਦਾ ਹੈ। ਤਸਵੀਰ ਵੀ ਤੁਹਾਨੂੰ ਦਿਖਾਵਾਂਗੇ, ਸ਼ਾਇਦ ਤੁਸੀਂ ਅੰਦਾਜ਼ਾ ਵੀ ਲਗਾ ਲਿਆ ਹੋਵੇਗਾ ਕਿ ਇਸ ਵੇਲੇ ਅਸੀਂ ਕਿਸ ਥਾਂ ਤੇ ਮੌਜੂਦ ਹਾਂ। जी हाँ, इस वेले जिस बेड़ी दे विच बैठ के असी किनारे ते जा रहे हैं, पत्तन दे वल जा रहे हैं, ये वो पेंडा है जिथे परिवार तो विछड़न तो बाद छोटे साहबजादे दादी मां दे नाल इन्हां राहां तो हुंदे होए बाबा कुम्मा माशकी जी दे कोल पहुंचे सन। क्योंकि उस वेले जदों नदी दे विच हड़ आया होया सी तां पूरा इलाका हड़ दी मार हेठ ही सी, चारे पासे पानी ही पानी सी। लेकिन पत्तन ते एक जगह सी, एक झुग्गी सी जो कि बाबा कुम्मा माशकी जी दी सी, जो उस वेले दे मलाह दसे जाते ने। ते उस मलाह दे कोल उस वेले दे बाबा कुम्मा माशकी जी जो कि मलाह सन, ते उन्हां दे कोल छोटे साहबजादियां ते दादी मां ने एक रात कट्टी सी। ਉਹ एहसास करन दे लई असी खास तौर ते अज बेड़ी दे विच आए हां ते बेड़ी राही तुहानूं पूरा माहौल जिहड़ा है ਉਹ ਵਿਖਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਉਸ ਵੇਲੇ ਜਦੋਂ ਕਹਿਰਾਂ ਭਰੀ ਰਾਤ ਜਦੋਂ ਪਰਿਵਾਰ ਦੇ ਨਾਲ ਵਿਛੋੜਾ ਪੈ ਜਾਂਦਾ ਤੇ ਕਿਵੇਂ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਤੇ ਆਪਣੇ ਵੱਖ-ਵੱਖ ਪੈਂਡਿਆਂ ਤੇ ਹੁੰਦਾ ਹੋਇਆ ਜਾਂਦਾ। ਤਸਵੀਰ ਇੱਕ ਵਾਰੀ ਫਿਰ ਦਿਖਾ ਦਿੰਦੇ ਆ, ਤੁਹਾਨੂੰ ਦੱਸ ਦਿੰਦੇ ਆ ਕਿ ਜਿਸ ਥਾਂ ਤੇ ਇਸ ਵੇਲੇ ਅਸੀਂ ਮੌਜੂਦ ਹਾਂ, ਆਖਿਆ ਜਾਂਦਾ ਹੈ ਕਿ ਇੱਕ ਪਾਸੇ ਜਿੱਥੇ ਸਰਸਾ ਨਦੀ ਇੱਥੇ ਆਉਂਦੀ ਹੈ ਤਾਂ ਦੂਜੇ ਪਾਸੇ ਸਤਲੁਜ ਦਰਿਆ ਇੱਥੇ ਆਉਂਦਾ ਹੈ ਤੇ ਸਰਸਾ ਨਦੀ ਜਿਹੜੀ ਹੈ ਉਹ ਇੱਥੇ ਪਹੁੰਚ ਕੇ ਸਤਲੁਜ ਦੇ ਵਿੱਚ ਅਲੋਪ ਹੋ ਜਾਂਦੀ ਹੈ। ਤਸਵੀਰ ਜਿਹੜੀ ਤੁਸੀਂ ਦਰਿਆ ਦੀ ਵੇਖ ਰਹੇ ਹੋ, ਇੱਥੇ ਆ ਕੇ ਦੋਵਾਂ ਦਾ ਸੁਮੇਲ ਹੋ ਜਾਂਦਾ ਹੈ, ਪਰ ਸਰਸਾ ਨਦੀ ਕਿਉਂਕਿ ਪਿੱਛੋਂ ਜਿਸ ਥਾਂ ਤੋਂ ਆਉਂਦੀ ਹੈ ਉਹ ਇੱਥੇ ਆ ਕੇ ਅਲੋਪ ਹੋ ਜਾਂਦੀ ਹੈ। ਤੇ ਜਦੋਂ ਬਾਰਿਸ਼ਾਂ ਦੇ ਦਿਨ ਹੁੰਦੇ ਨੇ ਤਾਂ ਸਰਸਾ ਨਦੀ ਦੇ ਵਿੱਚ ਹੜ੍ਹ ਵਰਗਾ ਜਿਹੜਾ ਉਹ ਮਾਹੌਲ ਜਿਹੜਾ ਉਹ ਬਣ ਜਾਂਦਾ ਤੇ ਉਹ ਕਾਫੀ ਇੱਥੇ ਨੁਕਸਾਨ ਵੀ ਕਰਦੀ ਹੈ। ਪਰ ਇੰਨੇ ਸਾਲਾਂ ਬਾਅਦ ਵੀ ਅੱਜ ਵੀ ਇਸ ਥਾਂ ਤੇ ਬੇੜੀ ਇੰਜ ਹੀ ਚੱਲਦੀ ਹੈ ਕਈ ਸਾਲਾਂ ਤੋਂ, ਕਿਉਂਕਿ ਜਿਵੇਂ ਅਕਸਰ ਬਾਕੀ ਆਪਾਂ ਹੁਣ ਕਿਉਂਕਿ ਬਹੁਤ ਜ਼ਿਆਦਾ ਟਰਾਂਸਪੋਰਟ ਆ ਚੁੱਕੀ ਹੈ, ਸਮਾਂ ਬਦਲ ਚੁੱਕਿਆ ਹੈ, ਲੇਕਿਨ ਟਰਾਂਸਪੋਰਟ ਦੇ ਵਿੱਚ ਅੱਡੇ ਉਹੀ ਰਹਿੰਦੇ ਨੇ ਤੇ ਉਵੇਂ ਹੀ ਜਿਹੜਾ ਬੇੜੀ ਦਾ ਅੱਡਾ ਹੈ ਉਹ ਉਂਝ ਹੀ ਚੱਲ ਰਿਹਾ। ਮਲਾਹ ਜ਼ਰੂਰ ਬਦਲ ਰਹੇ ਨੇ ਪਰ ਅੱਡਾ ਉਹੀ ਹੈ। इस वेले जिहड़ा तुसी सामने पत्तन देख रहे हो, जिहड़ा तुसी दरिया दा जिहड़ा तुसी किनारा देख रहे हो, इस किनारे दे सामने जेकर तुहानू नज़र आ रहा होवे कैमरे दी नज़र दे नाल, ते सामने जिहड़ी है वो बाबा कुम्मा माशकी जी दी यादगार जिहड़ी वो बनाई हुई है। तां उस वेले इसे पत्तन तो हुंदे होए छोटे साहबजादे दादी मां दे नाल इत्थे ही पहुंचे सन, मलाह दी बेड़ी दे विच उस वेले इत्थे ही पहुंचे सन। पर आख्या जाता कि कुछ साल पहला ये थां जिहड़ी है इत्थे कुछ भी नहीं सी, एक तरह का उजाड़ ही सी, हर पासे सरकंडे जड़े ने वो खड़े सन, जंगल ही जंगल सीगा। लेकिन निशानदेही की गई इतिहास जरिए, क्योंकि इतिहास दे विच इसदा विस्तार दे नाल जिक्र तां आउंदा सी पर उस थां दा कोई प्रमाण नहीं सी मिल रहा। ते जिवें कि मैं तुहानूं पहले ही दस के हटी हाँ कि सुरिंदर सिंह खालसा जी होरां वालों उसे इतिहास के पन्नियां नूं फरोलदिआं
ਜਦੋਂ ਚੰਗੀ ਤਰ੍ਹਾਂ ਘੋਖ ਕੀਤੀ ਗਈ ਤੇ ਵੱਡੀ ਘਾਲਣਾ ਤੋਂ ਬਾਅਦ ਖਾਲਸਾ ਜੀ ਵੱਲੋਂ ਇਸ ਥਾਂ ਦੀ ਖੋਜ ਕੀਤੀ ਗਈ। ਤੁਹਾਨੂੰ ਕਿਨਾਰਾ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਕਿ ਦਰਿਆ ਦੇ ਬਿਲਕੁਲ ਸਾਹਮਣੇ ਜਿੱਥੇ ਪਤਨ ਨਜ਼ਰ ਆ ਰਿਹਾ, ਇੱਥੋਂ ਹੀ ਲੰਘ ਕੇ ਦਾਦੀ ਮਾਂ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਬਾਬਾ ਕੁੰਮਾ ਮਾਸਕੀ ਜੀ ਕੋਲ ਪਹੁੰਚਦੇ ਨੇ ਤੇ ਇੱਕ ਰਾਤ ਦਾ ਠਹਿਰਾਵ ਕਰਦੇ ਨੇ। ਤੇ ਇਹੀ ਉਹ ਪੁਰਾਤਨੀ ਰਾਹ ਅਸੀਂ ਆਖ ਸਕਦੇ ਹਾਂ, ਕਿਉਂਕਿ ਇਹਨਾਂ ਰਾਹਾਂ ਤੋਂ ਹੁੰਦੇ ਹੋਏ ਹੀ ਉਸ ਵੇਲੇ ਦੇ ਮਾਈ ਲక్ష్ਮੀ ਜੀ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ, ਮਾਈ ਲక్ష్ਮੀ ਜੀ ਛੋਟੇ ਸਾਹਿਬਜ਼ਾਦਿਆਂ ਦੇ ਲਈ ਤੇ ਦਾਦੀ ਮਾਂ ਦੇ ਲਈ ਪ੍ਰਸ਼ਾਦਾ ਪਕਾ ਕੇ ਲਿਆਏ ਸਨ। ਜਦੋਂ ਉਹ ਸਵੇਰੇ ਇਸ ਥਾਂ ਤੋਂ ਚੱਲਣ ਲੱਗਦੇ ਨੇ, ਜਦੋਂ ਦਾਦੀ ਮਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਇਸ ਥਾਂ ਤੋਂ ਚੱਲਣ ਲੱਗਦੇ ਨੇ ਤਾਂ ਮਾਈ ਲక్ష్ਮੀ ਜੀ ਉਸ ਵੇਲੇ ਵੀ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਇਸ ਥਾਂ ਤੇ ਹੀ ਲੈ ਕੇ ਆਉਂਦੇ ਨੇ। ਸਤਲੁਜ ਸਰਸਾ ਦੇ ਬਿਲਕੁਲ ਨੇੜੇ ਮੌਜੂਦ ਬਾਬਾ ਕੁੰਮਾ ਮਾਸ਼ਕੀ ਜੀ ਦੀ ਯਾਦਗਾਰ ਪੋਹ ਦੀ ਉਸ ਕਹਿਰਾਂ ਭਰੀ ਰਾਤ ਦੀ ਦਾਸਤਾਨ ਬਿਆਨ ਕਰਦੀ ਜਾਪ ਰਹੀ ਸੀ, ਜਿਸ ਵੇਲੇ ਨਿੱਕੀਆਂ ਜਿੰਦਾਂ ਤੇ ਦਾਦੀ ਮਾਂ ਇਸ ਥਾਂ ਪਹੁੰਚੇ ਸਨ। ਇੱਕ ਪਰਿਵਾਰ ਦਾ ਵਿਛੋੜਾ ਤੇ ਦੂਜਾ ਵਰਦੀ ਠੰਡ ਦਾ ਕਹਿਰ, ਇਹ ਦੋਵੇਂ ਸਹਿਣੇ ਸੌਖੇ ਨਹੀਂ ਸਨ, ਪਰ ਨਿੱਕੀਆਂ ਜਿੰਦਾਂ ਦੇ ਅਡੋਲ ਸਿਦਕ ਦੇ ਅੱਗੇ ਇਹ ਸਭ ਛੋਟਾ ਸਾਬਤ ਹੋਇਆ। ਇਹ ਤੁਹਾਨੂੰ ਪੁਰਾਣਾ ਰਾਹ ਜਿਹੜਾ ਹੈ ਉਹ ਵਿਖਾਉਣਾ ਬਹੁਤ ਜ਼ਰੂਰੀ ਸੀ, ਕਿਉਂਕਿ ਜੇਕਰ ਆਪਾਂ ਪਿੰਡ ਨੂੰ ਦੂਸਰੇ ਸਿਰੇ ਤੋਂ ਵੀ ਆਉਂਦੇ ਆ ਤਾਂ ਉੱਥੇ ਬੇਸ਼ੱਕ ਕੁਝ ਹੱਦ ਤੱਕ ਜਿਹੜੀ ਉਹ ਸੜਕ ਬਣਾ ਦਿੱਤੀ ਗਈ ਹੈ, ਤੁਸੀਂ ਆਪਣੇ ਵਾਹਨ ਦੇ ਉੱਪਰ ਵੀ ਸੜਕ ਰਾਹੀਂ ਜਿਹੜਾ ਉਹ ਗੁਰੂ ਘਰ ਤੱਕ ਪਹੁੰਚ ਸਕਦੇ ਹੋ, ਲੇਕਿਨ ਉਹ ਰਸਤਾ ਵੀ ਤੁਹਾਨੂੰ ਦਿਖਾਵਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਪੁਰਾਤਨੀ ਰਾਹ ਜਿਹੜਾ ਉਹ ਵੀ ਵਿਖਾਉਣਾ ਬਹੁਤ ਜ਼ਰੂਰੀ ਸੀ। ਸੋ ਹੁਣ ਅਸੀਂ ਯਾਦਗਾਰ ਬਾਬਾ ਕੁੰਮਾ ਮਾਸ਼ਕੀ ਜੀ ਦੇ ਵੱਲ ਵੱਧਦੇ ਹਾਂ ਤੇ ਤੁਹਾਨੂੰ ਲੈ ਕੇ ਚਲਦੇ ਹਾਂ ਤੇ ਮਿਲਾਉਂਦੇ ਹਾਂ ਉੱਥੋਂ ਦੇ ਪ੍ਰਬੰਧਕਾਂ ਦੇ ਨਾਲ, ਜੋ ਕਿ ਇਸ ਇਤਿਹਾਸ ਬਾਰੇ ਬਖੂਬੀ ਜਾਣਕਾਰੀ ਸਾਨੂੰ ਦੇਣਗੇ। ਇਹ ਗੁਰਦੁਆਰਾ ਸਾਹਿਬ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਦੇ ਨਾਮ ਤੇ ਹੈ। ਆਪ ਸਾਰੀ ਸੰਗਤ ਜਾਣੂ ਹੋ, ਜਦੋਂ ਗੁਰੂ ਮਹਾਰਾਜ ਦੇ ਪਰਿਵਾਰ ਤੇ ਪਹਾੜੀ ਰਾਜਿਆਂ ਨੇ ਧੋਖੇ ਨਾਲ ਹਮਲਾ ਕੀਤਾ ਅਤੇ ਸਰਸਾ ਵਿੱਚ ਆਏ ਹੜ੍ਹ ਕਾਰਨ ਗੁਰੂ ਮਹਾਰਾਜ ਦਾ ਪਰਿਵਾਰ 3 ਹਿੱਸਿਆਂ ਵਿੱਚ ਹੋ ਜਾਂਦਾ ਹੈ। ਸੋ ਇੱਕ ਹਿੱਸਾ ਪਰਿਵਾਰ ਦਾ ਦਾਦੀ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ, ਜੋ ਕਿ ਪਰਿਵਾਰ ਨਾਲੋਂ ਵਿਛੜ ਕੇ 7 ਪੋਹ ਦੀ ਰਾਤ ਇਸ ਪਾਵਨ ਪਵਿੱਤਰ ਸਥਾਨ ਤੇ ਆਉਂਦੇ ਹਨ। ਇਸ ਪਾਵਨ ਪਵਿੱਤਰ ਸਥਾਨ ਤੇ ਬੇੜੀ ਦਾ ਅਮਲਾ ਬਾਬਾ ਕੁੰਮਾ ਮਾਸ਼ਕੀ, ਜੋ ਕਿ ਆਪਣੇ ਸਿਰ ਢਕਲੀ ਰਿਹਾ ਕਰਦਾ ਸੀ, ਤੇ ਦਾਦੀ ਮਾਤਾ ਨੂੰ ਉਹਨਾਂ ਨੇ 7 ਪੋਹ ਦੀ ਰਾਤ ਬੇਨਤੀ ਕਰਕੇ ਆਪਣੀ ਝੌਂਪੜੀ ਵਿੱਚ ਲੈ ਕੇ ਆਏ ਤੇ 7 ਪੋਹ ਦੀ ਰਾਤ ਇੱਥੇ ਬਤੀਤ ਕੀਤੀ। ਤੇ ਇੱਥੇ ਹੀ 8 ਪੋਹ ਨੂੰ ਗੰਗੂ ਪਾਪੀ ਆ ਕੇ ਮਿਲਿਆ ਸੀ ਤੇ ਜੋ ਗੁਰੂ ਪਰਿਵਾਰ ਨੂੰ ਆਪਣੇ ਨਾਲ ਲੈ ਗਿਆ। ਇਸ ਵੇਲੇ ਅਸੀਂ ਯਾਦਗਾਰ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ ਅਤੇ ਦੂਜੇ ਪਾਸੇ ਖੜੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਰਾਹ ਦਿਖਾਇਆ ਜਿਹੜਾ ਕਿ ਬੇੜੀ ਰਸਤੇ ਇੱਥੇ ਤੱਕ ਪਹੁੰਚਦਾ ਹੈ। ਤਾਂ ਹੁਣ ਤੁਹਾਨੂੰ ਦੂਸਰੇ ਪਾਸੇ ਦੀ ਸੜਕ ਦਿਖਾ ਦਿੰਦੇ ਹਾਂ, ਜਿੱਥੇ ਕਿ ਸੜਕੀ ਮਾਰਗ ਬਣਾਇਆ ਹੋਇਆ। ਜਦੋਂ ਅਸੀਂ ਰੋਪੜ ਤੋਂ ਪਿੰਡ ਚੱਕ ਢੇਰਾਂ ਵਾਲੀ ਸਾਈਡ ਤੇ ਆਉਂਦੇ ਆ ਤੇ ਪਿੰਡ ਚੱਕ ਢੇਰਾਂ ਦੇ ਬਿਲਕੁਲ ਨੇੜੇ ਇਹ ਯਾਦਗਾਰ ਜਿਹੜੀ ਉਹ ਸੁਭਾਏਮਾਨ ਹੈ, ਜਿਹੜੀ ਕਿ ਇੱਥੇ ਖੋਜ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇੱਥੇ ਬਣਾਈ ਗਈ ਹੈ। ਸੜਕ ਜਿਹੜੀ ਉਹ ਕੁਝ ਹੱਦ ਤੱਕ ਤਾਂ ਪੱਕੀ ਬਣੀ ਹੈ, ਲੇਕਿਨ ਇਸ ਦੇ ਕੁਝ ਰਸਤੇ ਜਿਹੜੇ ਉਹ ਹਾਲੇ ਵੀ ਕੱਚੇ ਨੇ ਤੇ ਉਹਨਾਂ ਕੱਚੇ ਰਾਹਾਂ ਤੋਂ ਹੁੰਦੇ ਹੋਏ ਜਿਹੜਾ ਉਹ ਇੱਥੇ ਕੋਈ ਵੀ ਜਿਹੜਾ ਇੱਥੇ ਆਉਣ ਵਾਲਾ ਵਿਅਕਤੀ ਉਹ ਆਪਣੇ ਵਾਹਨਾਂ ਰਾਹੀਂ ਵੀ ਇੱਥੇ ਪਹੁੰਚ ਸਕਦਾ। ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਯਾਦਗਾਰ ਦੇ ਕੋਲ
ਹੁਣ ਤਾਂ ਕਾਫੀ ਜਿਹੜਾ ਦੇਖਣ ਦੇ ਵਿੱਚ ਆ ਰਿਹਾ ਇਲਾਕਾ ਜਿਹੜਾ ਉਹ ਕਾਫੀ ਹੱਦ ਤੱਕ ਸਾਫ਼ ਹੈ, ਲੇਕਿਨ ਜੇਕਰ ਆਪਾਂ ਇਲਾਕਾ ਵਾਸੀਆਂ ਦੀ ਮੰਨੀਏ ਤੇ ਜਿਵੇਂ ਦਾ ਤੁਸੀਂ ਇੱਥੇ ਝਾੜ ਇਸ ਵੇਲੇ ਵੇਖ ਰਹੇ ਹੋ ਕਿ ਇਹਦੇ ਆਲੇ ਦੁਆਲੇ ਹਲੇ ਵੀ ਕੁਝ ਦੂਰੀ ਤੇ ਤੁਹਾਨੂੰ ਇੱਥੇ ਦਾ ਝਾੜ ਜਿਹੜਾ ਨਜ਼ਰ ਆਵੇਗਾ, ਸਰਕੰਡੇ ਨਜ਼ਰ ਆਉਣਗੇ। ਤਾਂ ਦੱਸਿਆ ਜਾਂਦਾ ਕਿ ਪੂਰਾ ਇਲਾਕਾ ਜਿਹੜਾ ਉਹ ਸਰਕੰਡਿਆਂ ਦੇ ਮਾਰ ਹੇਠ ਹੀ ਸੀਗਾ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇਵਾਂ ਕਿ ਜਦੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਕਈ ਹਿੱਸੇ ਹੜ੍ਹ ਦੀ ਮਾਰ ਹੇਠ ਆ ਗਏ ਸਨ ਤਾਂ ਬਾਬਾ ਕੁੰਮਾ ਮਾਸ਼ਕੀ ਜੀ ਦੀ ਯਾਦਗਾਰ ਵੀ ਉਸ ਵੇਲੇ ਹੜ੍ਹ ਦੇ ਪਾਣੀ ਨਾਲ ਕਾਫੀ ਪ੍ਰਭਾਵਿਤ ਹੋਈ ਸੀ। ਪੂਰੇ ਇਮਾਰਤ ਦੇ ਅੰਦਰ ਪਾਣੀ ਹੀ ਪਾਣੀ ਭਰ ਗਿਆ ਸੀਗਾ। ਤਾਂ ਉਸ ਵੇਲੇ ਮਹਾਰਾਜ ਜੀ ਦੇ ਸਰੂਪ ਦੀ ਸੁਰੱਖਿਆ ਦੇ ਮੱਦੇ ਨਜ਼ਰ ਇੱਥੋਂ ਕੱਢ ਕੇ ਤਾਂ ਇੱਕ ਸੁਰੱਖਿਅਤ ਜਗ੍ਹਾ ਤੇ ਜਿਹੜਾ ਉੱਥੇ ਸੁਭਾਇਮਾਨ ਕੀਤਾ ਗਿਆ ਸੀਗਾ। ਲੇਕਿਨ ਹੁਣ ਜਦੋਂ ਜਿਵੇਂ ਹੀ ਪਾਣੀ ਘਟਿਆ ਹੈ, ਇੱਥੋਂ ਚਿੱਕੜ ਜਿਹੜਾ ਉਹਦੀ ਸਫਾਈ ਕੀਤੀ ਗਈ ਹੈ ਤਾਂ ਹੋਰ ਜਿਹੜੇ ਪ੍ਰਬੰਧ ਇੱਥੇ ਕੀਤੇ ਗਏ ਤੇ ਉਸ ਦੇ ਨਾਲ ਹੁਣ ਜਿਨ੍ਹਾਂ ਚੀਜ਼ਾਂ ਦਾ ਨੁਕਸਾਨ ਹੋਇਆ, ਜਿੱਥੋਂ ਇਮਾਰਤ ਦਾ ਨੁਕਸਾਨ ਹੋਇਆ ਤਾਂ ਉਸ ਦੇ ਲਈ ਇੱਥੇ ਨਿਰਮਾਣ ਜਿਹੜਾ ਉਹ ਅਜੇ ਚੱਲ ਰਿਹਾ। ਤੇ ਆਉਂਦੇ ਦਿਨਾਂ ਦੇ ਵਿੱਚ ਜਦੋਂ ਸ਼ਹੀਦੀ ਜੋੜ ਸਭਾ ਦੇ ਸਮਾਗਮ ਚੱਲਣਗੇ ਤਾਂ ਸਫ਼ਰੇ ਸ਼ਹਾਦਤ ਦਾ ਕਾਫਲਾ ਇੱਥੇ ਤੱਕ ਪਹੁੰਚੇਗਾ ਤਾਂ ਉਸ ਸਮਾਗਮ ਨੂੰ ਲੈ ਕੇ ਵੀ ਨਾਲ ਦੇ ਨਾਲ ਇੱਥੇ ਤਿਆਰੀਆਂ ਚੱਲ ਰਹੀਆਂ। ਸੋ ਦੈਨਿਕ ਸਵੇਰਾ ਅਗਲੇ ਪੜਾਅ ਤੇ ਤੁਹਾਨੂੰ ਇਸੇ ਕੜੀ ਨਾਲ ਜੁੜੇ ਅਗਲੇ ਅਸਥਾਨ ਤੇ ਲੈ ਕੇ ਜਾਵੇਗਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਸਰੂਚੀ, ਯਾਦਗਾਰ ਬਾਬਾ ਕੁੰਮਾ ਮਾਸ਼ਕੀ, ਨੇੜੇ ਪਿੰਡ ਚੱਕ ਟੇਰਾ, ਰੋਪੜ।